ਅਸੀਂ ਦਿੱਲੀ ਜਦੋਂ ਫਾਰਮ ਹਾਊਸ ਪਰੇਡ ਲਈ ਗਏ ਤੇ ਉੱਥੇ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਜੋ ਹੋਇਸਟ ਕੀਤਾ, ਲਹਿਰਾਇਆ, ਗੁਰੂ ਸਾਹਿਬ ਦੀ ਮਿਹਰ ਸੀ ਜੀ। ਇੱਕ ਬਹੁਤ ਵੱਡੇ ਹੁਕਮ 'ਚ ਇਹ ਗੱਲ ਹੋਈ, ਸਾਰਾ ਵਰਤਾਰਾ ਹੀ ਉਸ ਹੁਕਮ 'ਚ ਵਰਤ ਰਿਹਾ ਸੀ। ਉਹਨਾਂ ਗੱਲਾਂ ਨੂੰ ਜਦੋਂ ਹੁਣ ਕਿਸੇ ਸੂਖਮ ਦ੍ਰਿਸ਼ਟੀ ਤੋਂ ਦੇਖਦੇ ਆ ਜਾਂ ਸਮਝਦੇ ਆ ਤਾਂ ਇਹ ਗੱਲ ਸਮਝ ਆਉਂਦੀ ਆ ਵੀ ਕਿਸੇ ਦੇ ਵੀ ਸਾਡੇ ਵੱਸ ਦੀ ਗੱਲ ਨਹੀਂ ਸੀ ਜੋ ਕੁਛ 26 ਨਵੰਬਰ ਨੂੰ ਹੋ ਰਿਹਾ ਸੀ। ਅਸੀਂ ਤਾਂ ਜਿਵੇਂ ਸਾਡੇ ਫਿਲਮਾਂ 'ਚ ਨਾ ਇੱਕ ਡਾਇਲੌਗ ਆ ਵੀ ਹਮ ਸਭ ਇਸ ਰੰਗਮੰਚ ਕੀ ਕਠਪੁਤਲੀਆਂ ਹੈ, ਅਸੀਂ ਤਾਂ ਉਵੇਂ ਹੀ ਕੰਮ ਕਰ ਰਹੇ ਸੀ। ਬਸ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਸੀ। ਸੰਗਤ ਨੇ ਜਾ ਕੇ ਉੱਥੇ ਚੜ੍ਹਦੀ ਕਲਾ ਦਾ ਇੱਕ ਜਿਹੜਾ ਬਹੁਤ ਵੱਡਾ ਪ੍ਰਤੀਕ ਉਹ ਫਿਰ ਇੱਕ ਵਾਰੀ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਏ ਤੇ ਉੱਥੋਂ ਫਿਰ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਜਿਹੜੇ ਇਹ ਸ਼ਬਦ ਗੂੰਜੇ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਦੀਪ ਸਿੱਧੂ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ 1 ਸਾਲ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਅੱਜ ਦੇ ਦਿਨ ਕਿਸਾਨਾਂ ਦੇ ਵੱਲੋਂ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਉੱਥੇ ਹੀ ਫੈਸਲਾ ਲਿਆ ਗਿਆ ਸੀ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਜ਼ਰੂਰ ਜਾਣਗੇ ਤੇ ਅੱਜ ਉਹਨਾਂ ਦਾ ਇਹ ਸੁਪਨਾ ਪੂਰਾ ਹੋਇਆ ਹੈ। ਹੋਰ ਕੀ ਕੁਝ ਕਿਹਾ ਹੈ ਦੀਪ ਸਿੱਧੂ ਨੇ, ਆਓ ਸੁਣ ਲੈਂਦੇ ਹਾਂ। ਅੱਜ ਸਾਡੇ ਕਿਸਾਨੀ ਸੰਘਰਸ਼ ਦਾ ਜਿਹੜਾ ਇੱਕ ਬਹੁਤ ਹੀ ਸਾਡੇ ਲਈ ਮਾਣਮੱਤੀ ਗੱਲ ਸੀ ਤੇ ਜੋ ਸੰਗਤ ਰੂਪੀ ਅਸੀਂ ਦਿੱਲੀ ਜਦੋਂ ਫਾਰਮ ਹਾਊਸ ਪਰੇਡ ਲਈ ਗਏ ਤੇ ਉੱਥੇ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਜੋ ਹੋਇਸਟ ਕੀਤਾ, ਲਹਿਰਾਇਆ, ਗੁਰੂ ਸਾਹਿਬ ਦੀ ਮਿਹਰ ਸੀ ਜੀ। ਇੱਕ ਬਹੁਤ ਵੱਡੇ ਹੁਕਮ 'ਚ ਇਹ ਗੱਲ ਹੋਈ, ਸਾਰਾ ਵਰਤਾਰਾ ਹੀ ਉਸ ਹੁਕਮ 'ਚ ਵਰਤ ਰਿਹਾ ਸੀ। ਉਹਨਾਂ ਗੱਲਾਂ ਨੂੰ ਜਦੋਂ ਹੁਣ ਕਿਸੇ ਸੂਖਮ ਦ੍ਰਿਸ਼ਟੀ ਤੋਂ ਦੇਖਦੇ ਆ ਜਾਂ ਸਮਝਦੇ ਆ ਤਾਂ ਇਹ ਗੱਲ ਸਮਝ ਆਉਂਦੀ ਆ ਵੀ ਕਿਸੇ ਦੇ ਵੀ ਸਾਡੇ ਵੱਸ ਦੀ ਗੱਲ ਨਹੀਂ ਸੀ ਜੋ ਕੁਛ 26 ਨਵੰਬਰ ਨੂੰ ਹੋ ਰਿਹਾ ਸੀ। ਅਸੀਂ ਤਾਂ ਜਿਵੇਂ ਸਾਡੇ ਫਿਲਮਾਂ 'ਚ ਨਾ ਇੱਕ ਡਾਇਲੌਗ ਆ ਵੀ ਹਮ ਸਭ ਇਸ ਰੰਗਮੰਚ ਕੀ ਕਠਪੁਤਲੀਆਂ ਹੈ, ਅਸੀਂ ਤਾਂ ਉਵੇਂ ਹੀ ਕੰਮ ਕਰ ਰਹੇ ਸੀ। ਬਸ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਸੀ। ਸੰਗਤ ਨੇ ਜਾ ਕੇ ਉੱਥੇ ਚੜ੍ਹਦੀ ਕਲਾ ਦਾ ਇੱਕ ਜਿਹੜਾ ਬਹੁਤ ਵੱਡਾ ਪ੍ਰਤੀਕ ਉਹ ਫਿਰ ਇੱਕ ਵਾਰੀ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਏ ਤੇ ਉੱਥੋਂ ਫਿਰ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਜਿਹੜੇ ਇਹ ਸ਼ਬਦ ਗੂੰਜੇ ਤੇ ਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਨਤਮਸਤਕ ਹੋਣ ਆਏ ਆ। ਕਿਉਂਕਿ ਲਾਸਟ ਵੀ 26 ਜਨਵਰੀ ਨੂੰ ਜਦੋਂ ਉੱਥੇ ਨਿਕਲੇ ਸੀ ਤਾਂ ਇਹ ਲਾਲ ਕਿਲੇ ਤੋਂ ਬਾਹਰ ਜਦੋਂ ਨਿਕਲੇ ਤਾਂ ਇਹ ਮਿਥਿਆ ਸੀ ਵੀ ਹੁਣ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਵਾਂਗੇ ਤੇ ਉਹ ਐਕਤੀ ਗੱਲ ਪੂਰੀ ਕਰਨ ਆਏ ਆ ਜੀ। ਸੋ ਇਸੇ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਆਏ ਆ ਵੀ ਸਾਡੇ ਕਿਸਾਨਾਂ ਨੂੰ, ਸਾਡੇ ਮਜ਼ਦੂਰਾਂ ਨੂੰ ਜੋ ਉਹਨਾਂ ਦੀਆਂ ਮੰਗਾਂ ਸੀ ਜਾਂ ਉਹਨਾਂ ਦੀਆਂ ਜ਼ਿੰਦਗੀਆਂ ਹੋਰ ਸੁਧਰਨ, ਉਹਨਾਂ ਨੂੰ ਉਹਨਾਂ ਦੇ ਹੱਕ ਮਿਲਣ ਤੇ ਪੰਜਾਬ ਜਿਹੜਾ ਸਾਡੀ ਮਿੱਟੀ ਆ, ਸਾਡੀ ਧਰਤੀ ਆ, ਗੁਰੂਆਂ ਦੀ ਧਰਤੀ ਆ ਸਾਡੀ, ਹੈ ਨਾ, ਇੱਥੋਂ ਜਿਹੜੀਆਂ ਚਿਣਗਾਂ ਸਾਡੇ ਅੰਦਰ ਲਾ ਕੇ ਜਿਹੜੀਆਂ ਕਮਾਈਆਂ ਕਰਕੇ ਉਹ ਇਸੇ ਤਰ੍ਹਾਂ ਬਰਕਰਾਰ ਰਹਿਣ ਤੇ ਉਹ ਅੱਗ ਸਾਡੇ ਅੰਦਰ ਬਲਦੀ ਰਹੇ ਤਾਂ ਕਿ ਆਪਦੇ ਅਸੀਂ ਹੱਕਾਂ ਲਈ, ਹੱਕ ਹਕੂਕ ਲਈ ਲੜਦੇ ਰਹੀਏ, ਸੰਘਰਸ਼ ਕਰਦੇ ਰਹੀਏ ਤੇ ਹਮੇਸ਼ਾ ਹੀ ਨਿਮਾਣਿਆਂ ਦਾ ਜਿਹੜਾ ਇੱਕ ਧਿਰ ਬਣ ਕੇ ਅਸੀਂ ਖੜੀਏ। ਕਿਸਾਨ ਅੰਦੋਲਨ ਦੇ ਸਾਰੇ ਨੇਤਾਵਾਂ ਨੇ ਸਿਆਸੀ ਰੰਗਤ ਲੈ ਲਈ ਹੈ, ਕੀ ਲੱਗਦਾ ਹੈ ਤੁਹਾਨੂੰ? ਲੱਗਦਾ ਹੈ ਕਿ ਇਹ ਕਿਸਾਨ ਅੰਦੋਲਨ ਦੇ ਨਾਲ ਇਸ ਨੂੰ ਕਾਫੀ ਫਰਕ ਪਿਆ? ਦੇਖੋ, ਗੱਲ ਇਹ ਆ ਵੀ ਇੱਕ ਜਿਹੜਾ ਸਿਵਲ ਸਟਰਕਚਰ ਜਿਹਨੂੰ ਆਪਾਂ ਕਹਿੰਦੇ ਆ ਜਾਂ ਸਿਵਲ ਗਰੁੱਪ ਇੱਕ ਬਣ ਗਿਆ ਸੀ, ਪ੍ਰੈਸ਼ਰ ਗਰੁੱਪ ਜਿਹਨੂੰ ਕਹਿ ਸਕਦੇ ਹਾਂ, ਬਹੁਤ ਵੱਡਾ। ਕਿਉਂਕਿ ਉਹਦੇ 'ਚ ਜਿਸ ਤਰ੍ਹਾਂ ਦੀ ਲਾਮਬੰਦੀ ਹੋ ਗਈ ਸੀ ਕਿਸਾਨ ਅੰਦੋਲਨ ਤੋਂ ਬਾਅਦ, ਤਾਂ ਸਾਰੇ ਲੋਕ ਹੀ ਉਹਨਾਂ ਚਿਹਰਿਆਂ ਨਾਲ ਆਈਡੈਂਟੀਫਾਈ ਕਰਨ ਲੱਗ ਗਏ ਸੀ। ਹੁਣ ਜਦੋਂ ਉਹ ਆਪ ਹੀ ਮੇਨ ਸਟ੍ਰੀਮ ਪੋਲੀਟਿਕਸ 'ਚ ਆ ਗਏ ਤੇ ਉਹ ਵੀ ਕੋਈ ਸਟਰਕਚਰਲ ਚੇਂਜ ਨਹੀਂ ਦੇ ਰਹੇ, ਉਹ ਉਸੇ ਤਰ੍ਹਾਂ ਦੀ ਪੋਲੀਟਿਕਸ ਕਰ ਰਹੇ ਆ ਜਿਸ ਤਰ੍ਹਾਂ ਦੀ ਪੋਲੀਟਿਕਸ ਪਹਿਲਾਂ ਸਾਰੀਆਂ ਪਾਰਟੀਆਂ ਕਰਦੀਆਂ ਰਹੀਆਂ। ਸੋ ਜਦੋਂ ਕੋਈ ਸਟਰਕਚਰਲ ਚੇਂਜ ਨਹੀਂ ਦੇ ਰਹੇ, ਉਸੇ ਤਰ੍ਹਾਂ ਦੀ ਪੋਲੀਟਿਕਸ ਜਾਂ ਰਾਜਨੀਤੀ ਨੂੰ ਅੱਗੇ ਲੈ ਕੇ ਆ ਰਹੇ ਆ। ਸੋ ਇਹਦੇ 'ਚ ਤਾਂ ਇਹ ਕਹਿ ਸਕਦੇ ਹਾਂ ਵੀ ਉਹ ਸਾਰੀ ਪੁਰਾਣੀ ਉਹ ਗੱਲਬਾਤ ਆ ਜਿਹੜੀ ਇੱਕ ਨਵੇਂ ਸਿਰਜਿਓਂ ਪਰੋਸਣ ਦੀ ਗੱਲ ਕਰ ਰਹੇ ਆ ਜਾਂ ਇੱਕ ਨਵੀਂ ਸਾਨੂੰ ਕੁਛ ਗੱਲ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਨਿਕਲਣਾ ਕੁਛ ਵੀ ਇਹਦੇ 'ਚ ਕੁਛ ਨਹੀਂ। ਸਾਡੇ ਹੱਥ ਪੱਲੇ ਉਹੀ ਨਿਰਾਸ਼ਾ ਪੈਣੀ ਹੈ ਜੇ ਅਸੀਂ ਇਹਨਾਂ 'ਤੇ ਵੀ ਕੋਈ ਨਾ ਕੋਈ ਆਪਦਾ ਇਹ ਲਾ ਕੇ ਬਹਿ ਗਏ ਵੀ ਸਾਡਾ ਕੁਛ ਨਾ ਕੁਛ ਸੁਧਾਰ ਦੇਣਗੇ। ਤਾਂ ਸਾਨੂੰ ਆਸਾਂ ਨਹੀਂ ਲਾਉਣੀਆਂ ਚਾਹੀਦੀਆਂ। ਪੰਜਾਬ 'ਚ ਅੱਜ ਮੇਨ ਸਟ੍ਰੀਮ ਪੋਲੀਟਿਕਸ 'ਚ ਜਿਹੜੀਆਂ ਧਿਰਾਂ ਆਪਰੇਟ ਕਰ ਰਹੀਆਂ, ਜਿਹੜੀਆਂ ਪੋਲੀਟੀਕਲ ਪਾਰਟੀਜ਼ ਆਪਰੇਟ ਕਰ ਰਹੀਆਂ, ਦੇ ਆਲ ਆਰ ਵਨ, ਦੇयर इज़ नो डिफरेंस। ਸੋ ਜਦੋਂ ਤੱਕ
ਇਸ ਸਟਰਕਚਰਲ ਚੇਂਜ ਦੀ ਗੱਲ ਨਾ ਹੋਵੇ, ਜਦੋਂ ਤੱਕ ਪੰਜਾਬ ਸੈਂਟਰਿਕ ਗੱਲ ਨਾ ਹੋਵੇ, ਜਾਂ ਪੰਜਾਬ ਪੱਖੀ ਪੋਲਿਟਿਕਸ ਨਾ ਹੋਵੇ, ਜਾਂ ਪੰਜਾਬ ਪੱਖੀ ਮਾਡਲ ਨਾ ਸਿਰਜੀਏ ਅਸੀਂ, ਜਾਂ ਇਹੋ ਜਿਹੀ ਕੋਈ ਪੋਲੀਟੀਕਲ ਪਾਰਟੀ ਨਾ ਸਿਰਜੀਏ, ਉਦੋਂ ਤੱਕ ਅਸੀਂ ਕਹੀਏ ਇਸ ਪੋਲਿਟਿਕਸ 'ਚੋਂ ਪੰਜਾਬ ਦਾ ਕੁਝ ਭਲਾ ਹੋ ਜਾਊਗਾ, ਉਹ ਨਹੀਂ ਹੋ ਸਕਦਾ ਜੀ। ਦੀਪ ਸਿੱਧੂ ਵੀ ਰਾਜਨੀਤੀ ਦੇ ਆਉਣ ਦੀ ਸੋਚ ਰਹੇ? ਨਹੀਂ ਜੀ, ਰਾਜਨੀਤੀ ਤਾਂ ਤੁਹਾਡੇ ਸਾਹਮਣੇ ਆ, ਹੁਣ ਸਾਰੇ ਹੀ ਕਰੀ ਜਾਂਦੇ ਆ, ਹੈ ਨਾ। ਪਰ ਜੇ ਮੈਂ ਰਾਜਨੀਤੀ ਬਾਰੇ ਸੋਚਣਾ ਹੁੰਦਾ ਤਾਂ ਫਿਰ ਆਪਾਂ ਵੀ ਚੋਣਾਂ ਵਾਲੇ ਪਾਸੇ ਨੂੰ ਤੁਰ ਪੈਣਾ ਸੀ। ਪਰ ਰਾਜਨੀਤੀ ਉਦੋਂ ਤੱਕ ਨਹੀਂ ਸੋਚਾਂਗੇ ਜਦੋਂ ਤੱਕ ਪੰਜਾਬ ਸੈਂਟਰਿਕ ਕੋਈ ਪਾਰਟੀ ਜਾਂ ਕੋਈ ਮਾਡਲ ਨਹੀਂ ਸਾਹਮਣੇ ਆਉਂਦਾ। ਕਿਉਂਕਿ ਜੇ ਗੱਲ ਦਿੱਲੀ ਦੇ ਨਾਲ ਹੀ ਆਇਡੈਂਟੀਫਾਈ ਕਰਕੇ ਚੱਲਣਾ ਜਾਂ ਦਿੱਲੀ ਤੋਂ ਹੀ ਚੱਲਣਾ, ਫਿਰ ਤਾਂ ਕੋਈ ਫਾਇਦਾ ਨਹੀਂ। ਫਿਰ ਇੱਕ ਦੀਪ ਸਿੱਧੂ ਵੀ ਉਹੀ ਕਰਪਟ ਬੰਦਾ ਬਣ ਜਾਊਗਾ ਜਿਵੇਂ ਅਸੀਂ ਪਹਿਲਾਂ ਬੰਦਿਆਂ ਨਾਲ ਡੀਲ ਕਰਦੇ ਰਹੇ ਹਾਂ। ਸੋ ਉਹਦੇ 'ਚ ਕੋਈ ਡਿਫਰੈਂਸ ਨਹੀਂ ਆਦਾ। ਤੁਹਾਨੂੰ ਲੱਗਦਾ ਪ੍ਰਧਾਨ ਮੰਤਰੀ ਨੇ ਕਿਸਾਨ ਵਿਰੋਧੀ ਬਿੱਲ ਰੱਦ ਕੀਤੇ ਨੇ, ਇਹਦਾ ਕੋਈ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਹੋਏਗੀ ਨਾ? ਕਿਸਾਨ ਵਿਰੋਧੀ ਬਿੱਲ ਜਿਹੜੇ ਰੱਦ ਕੀਤੇ ਆ, ਹਾਂਜੀ MST ਜਿਹਦੇ ਬਾਰੇ ਹਾਂਜੀ, ਪੂਰੀ ਤਰ੍ਹਾਂ ਮਨਜ਼ੂਰੀ ਨਹੀਂ ਦਿੱਤੀ ਗਈ। ਦੇਖੋ ਇਹ ਉਹਨਾਂ ਦੀ ਇੱਕ ਕਨਸਪੀਰੇਸੀ ਆ। ਕਨਸਪੀਰੇਸੀ ਕੀ ਆ, ਉਹਨਾਂ ਨੇ ਹੋ ਸਕਦਾ ਸਾਡੇ ਕਾਨੂੰਨ ਰੱਦ ਕਰਤੇ, ਪਰ ਇਹੀ ਜਿਹੜੇ ਆਪਦੇ ਇੰਟਰਸਟ ਆ ਉਹਨਾਂ ਦੇ, ਇਹ ਕਿਸੇ ਹੋਰ ਪਾਸਿਓਂ ਲੈ ਕੇ ਆਉਣਗੇ ਤੇ ਸਾਡੇ ਤੇ ਥੋਪਣਗੇ। ਉਹ ਇਹ ਵੀ ਹੋ ਸਕਦਾ ਵੀ ਆਉਣ ਵਾਲੇ 4-5 ਸਾਲਾਂ 'ਚ 10 ਸਾਲਾਂ 'ਚ FCI ਨੂੰ ਹੀ ਕੰਪਲੀਟਲੀ ਅਬੋਲਿਸ਼ ਕਰ ਦੇਣ। ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਐਗਜ਼ਿਸਟੈਂਸ ਹੀ ਨਾ ਰਹੇ। ਜੇ FCI ਨਹੀਂ ਰਹੀ ਤਾਂ ਪ੍ਰੋਕਿਉਰਮੈਂਟ ਆਫ ਕ੍ਰੌਪਸ ਨਹੀਂ ਰਹਿਣਾ। ਜੇ ਪ੍ਰੋਕਿਉਰਮੈਂਟ ਨਹੀਂ ਕਰਨਗੇ ਤਾਂ ਸਾਰੀ ਜਿਹੜੀ ਕਿਸਾਨਾਂ ਦੀ ਮੰਡੀ ਆ ਉਹ ਫਿਰ ਪ੍ਰਾਈਵੇਟਾਈਜੇਸ਼ਨ ਉਹਦੀ ਹੋ ਜਾਣੀ ਆ, ਜਾਂ ਉਹ ਪ੍ਰਾਈਵੇਟ ਪਲੇਅਰਸ ਕੋਲੇ ਚਲੀ ਜਾਣੀ ਆ। ਸੋ ਉਹਨਾਂ ਨੇ ਆਪਦਾ ਟਾਰਗੇਟ ਅਚੀਵ ਕਰਨਾ। ਸਾਨੂੰ ਵੀ ਬੜੇ ਸਤਰਕ ਰਹਿਣਾ ਪਊਗਾ। ਅਸੀਂ ਅਵੇਸਲੇ ਨਹੀਂ ਹੋ ਸਕਦੇ ਵੀ ਸਾਡੇ ਕਿਹੜੇ ਪਾਸਿਓਂ ਆ ਕੇ ਸਾਨੂੰ ਮਾਰ ਮਾਰਨੀ ਆ ਉਹਨਾਂ ਨੇ। ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ, ਸੰਗਤ ਨੂੰ ਕੀ ਕਹਿਣਾ ਚਾਹੁੰਦੇ? ਦੇਖੋ, ਬਾਬਾ ਦੀਪ ਸਿੰਘ ਜੀ ਨੂੰ ਤਿਹਾ ਕੇ ਹੀ ਅਸੀਂ ਸੰਘਰਸ਼ 'ਚ ਤੁਰਦੇ ਸੀ। ਗੁਰੂ ਸਾਹਿਬ ਨੂੰ ਤੇ ਬਾਬਾ ਦੀਪ ਸਿੰਘ ਜੀ ਨੂੰ ਅਰਦਾਸ ਕਰਕੇ, ਜਦੋਂ ਮੈਂ ਗ੍ਰਿਫਤਾਰ ਵੀ ਹੋਇਆ, ਰੋਜ਼ ਬਾਬਾ ਦੀਪ ਸਿੰਘ ਨੂੰ ਅਰਦਾਸ ਕਰਨੀ ਵੀ ਤੁਸੀਂ ਆਪ ਅੰਗ ਸੰਗ ਸਹਾਈ ਹੋਇਓ, ਤੇ ਈਵਨ ਇਸ ਤਰ੍ਹਾਂ ਸਹਾਈ ਹੋਇਓ ਵੀ ਆਪਦਾ ਹੱਥ ਰੱਖਿਓ ਵੀ ਕਿਸੇ ਤਰ੍ਹਾਂ ਤੰਗ ਨਾ ਹੋਈਏ। ਤਾਂ ਵਾਕਈ ਬਾਬਾ ਦੀਪ ਸਿੰਘ ਨੇ ਹੱਥ ਵੀ ਰੱਖਿਆ, ਅੰਗ ਸੰਗ ਸਹਾਈ ਹੋਏ, ਤੇ ਰਿਮਾਂਡ ਵੀ ਕੱਟੇ, ਜੇਲ੍ਹਾਂ ਵੀ ਕੱਟੀਆਂ, ਤੇ ਉੱਥੋਂ ਵਾਪਸ ਆ ਕੇ ਫਿਰ ਆਪਦੀ ਜ਼ਿੰਦਗੀ 'ਚ ਵਿਚਰ ਰਹੇ ਹਾਂ ਜੀ। ਸਰ, ਵਿਧਾਨ ਸਭਾ ਚੋਣਾਂ ਆ ਰਹੀ ਹੈ, ਵੋਟਰਾਂ ਨੂੰ ਕੀ ਅਪੀਲ ਕਰਦੇ ਹੋ ਕਿ ਕਿਸ ਤਰ੍ਹਾਂ ਵੋਟ ਪਾਉਣ, ਕਿਹੜੀ ਪਾਰਟੀ ਨੂੰ ਵੋਟ ਪਾਉਣ? ਦੇਖੋ ਬਾਈ, ਇਹ ਤਾਂ ਹੁਣ ਇਹ ਗੱਲ ਕਰ ਸਕਦੇ ਹਾਂ ਆਪਾਂ ਵੀ ਇਹ ਤਾਂ ਬੈਸਟ ਮੰਗਸ ਵਰਸਟ ਕੌਣ ਆ ਇੱਥੇ, ਜਿਹੜੇ ਉਹ ਵਰਸਟ, ਉਹਨਾਂ 'ਚ ਬੈਸਟ ਕਿਹੜਾ? ਵਾਕਈ ਮੈਂ ਜਿਹੜੀ ਗੱਲ ਤੁਹਾਨੂੰ ਕਹੀ ਆ ਨਾ, ਇਸ ਟਾਈਮ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਆ ਵੀ ਕੋਈ ਵੀ ਪਾਰਟੀ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਇੱਕ ਪੰਜਾਬ 'ਚ ਸਟਰਕਚਰਲ ਚੇਂਜ ਨਹੀਂ ਦੇ ਰਹੀ। ਸਟਰਕਚਰਲ ਚੇਂਜ ਕੀ ਆ? ਸੈਂਟਰਲਾਈਜੇਸ਼ਨ ਆਫ ਪਾਵਰ ਬਹੁਤ ਜ਼ਿਆਦਾ ਸੈਂਟਰਲਾਈਜ਼ ਹੋ ਗਈ। ਤੇ ਦੂਜੀ ਗੱਲ ਇਹ ਆ ਵੀ ਮੈਜੋਰਿਟੇਰੀਅਨ ਸਿਸਟਮ ਆ, ਇਹਦੇ ਤੋਂ ਅਸੀਂ ਕਿਵੇਂ ਬਚੀਏ ਤੇ ਪੰਜਾਬ ਦੀ ਪੋਲਿਟਿਕਸ ਨੂੰ ਕਿਵੇਂ ਜਿਉਂਦੇ ਰੱਖੀਏ? ਜਦੋਂ ਕੋਈ ਵੀ ਪਾਰਟੀ ਨਹੀਂ ਦੇ ਰਹੀ ਆ, ਫਿਰ ਲੋਕ ਕਿਹੜੇ ਪਾਸੇ ਨੂੰ ਤੁਰ ਪਏ ਵੀ ਐਂ ਕਰੋ ਯਾਰ, ਪਹਿਲਾਂ 2 ਪਾਰਟੀਆਂ ਨੂੰ ਅਸੀਂ ਪਰਤਿਆਲਿਆ, ਹੁਣ ਨਵੀਂ ਚੇਂਜ ਲੱਭਦੇ ਆ, ਤੀਜਿਆਂ ਨੂੰ ਵੀ ਚਾਂਸ ਦੇ ਦਿਓ। ਪਰ ਹੁਣ ਤੀਜਿਆਂ ਤੋਂ ਵੀ ਕੁਛ ਨਹੀਂ, ਉਹ ਉਦੋਂ ਵੀ ਜ਼ਿਆਦਾ ਸਾਡੇ ਲਈ ਜਿਹੜੇ ਘਾਤਕ ਸਿੱਧ ਹੋਣਗੇ। ਆਉਣ ਵਾਲਾ ਸਮਾਂ ਦੱਸੂਗਾ। ਅੱਜ ਤਾਂ ਆਪਾਂ ਇਹ ਗੱਲ ਹੀ ਕਰ ਸਕਦੇ ਹਾਂ, ਪਰ ਆਉਣ ਵਾਲੇ ਸਮੇਂ ਨੇ ਗੱਲ ਕਲੀਅਰ ਕਰ ਦੇਣੀ ਆ, ਕਿਉਂਕਿ ਉਹ ਵੀ ਸੈਂਟਰ ਤੋਂ ਹੀ ਤੁਰ ਰਹੇ ਆ। ਸੋ ਜਿਹੜਾ ਬੰਦਾ ਦਿੱਲੀ ਤੋਂ ਜਾਂ ਸੈਂਟਰ ਤੋਂ ਆਪਰੇਟ ਕਰੂਗਾ, ਜਾਂ ਸੈਂਟਰ ਦੀ ਝੋਲੀ 'ਚ ਬੈਠ ਕੇ ਪੰਜਾਬ ਦੀ ਪੋਲਿਟਿਕਸ ਰਨ ਕਰੂਗਾ, ਉਹ ਤੋਂ ਪੰਜਾਬ ਭਲੇ ਦੀ ਉਮੀਦ ਤੇ ਆਸ ਨਹੀਂ ਰੱਖ ਸਕਦਾ। ਸੋ ਮੈਂ ਵੋਟਰਾਂ ਨੂੰ ਕੀ ਅਪੀਲ ਕਰਾਂ? ਲੋਕਾਂ ਨੂੰ ਇਹ ਪਤਾ ਵੀ ਜਿਹੜੇ ਸਾਡੇ ਲੋਕਲ ਕੈਂਡੀਡੇਟ ਆ, ਜਿਹਦੇ ਤੋਂ ਮਾੜਾ ਮੋਟਾ ਆਪਦਾ ਕੋਈ ਫਾਇਦਾ ਲੈ ਸਕਦੇ ਆ, ਉਸ ਹਿਸਾਬ ਨਾਲ ਵੋਟਾਂ ਪਾ ਦੇਣਗੇ। ਮੇਰੀ ਅਪੀਲ ਨਾਲ ਨਹੀਂ ਕੋਈ ਫਰਕ ਪੈਣਾ। ਬਿਊਰੋ ਰਿਪੋਰਟ, ਸਫਰ TV।